ਪਿਆਰੇ ਵਿਦਿਆਰਥੀਓ, ਅੱਜ ਅਸੀਂ ਜਮਾਤ 7ਵੀਂ ਦਾ ਪੰਜਾਬੀ ਵਿਆਕਰਨ ਦਾ ਇੱਕ ਟੌਪਿਕ ਅਗੇਤਰ ਪਿਛੇਤਰ ਪੜ੍ਹਨ ਜਾ ਰਹੇ ਹਾਂ। ਬੱਚਿਓ, ਜਿਵੇਂ ਕਿ ਤੁਸੀਂ ਇਹਨਾਂ ਤਸਵੀਰਾਂ ਵਿੱਚ ਦੇਖ ਰਹੇ ਹੋ, ਇੱਕ ਬੱਚਾ ਇੱਥੇ ਰੋ ਰਿਹਾ ਹੈ, ਦੂਸਰਾ ਖੁਸ਼ ਹੈ ਅਤੇ ਤੀਸਰਾ ਟੋਕਰੀ ਦੀ ਤਸਵੀਰ ਹੈ। ਬੱਚਿਓ, ਹੱਸਣਾ, ਖੁਸ਼ ਹੋਣਾ ਜਾਂ ਟੋਕਰੀ, ਇਹ ਸ਼ਬਦ ਅਜਿਹੇ ਸ਼ਬਦ ਹਨ ਜਿਨ੍ਹਾਂ ਦਾ ਆਪਣਾ ਅਰਥ ਹੈ ਅਤੇ ਇਹਨਾਂ ਸ਼ਬਦਾਂ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ। ਅਰਥਾਤ ਜਦੋਂ ਵੀ ਅਸੀਂ ਇਹਨਾਂ ਸ਼ਬਦਾਂ ਨੂੰ ਤੋੜਾਂਗੇ ਤਾਂ ਇਹਨਾਂ ਸ਼ਬਦਾਂ ਦਾ ਆਪਣਾ ਜਿਹੜਾ ਅਰਥ ਹੈ ਉਹ ਪੂਰੀ ਤਰ੍ਹਾਂ ਟੁੱਟ ਜਾਵੇਗਾ। ਇਸ ਤਰ੍ਹਾਂ ਇਹ ਸ਼ਬਦ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਮੂਲ ਸ਼ਬਦ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਦਸ਼ਾ, ਬਚਨ ਆਦਿ ਵੀ ਕੁਝ ਮੂਲ ਸ਼ਬਦ ਹਨ। ਦਸ਼ਾ ਕਿਸੇ ਦੇ ਹਾਲਾਤ ਨੂੰ ਦਸ਼ਾ ਕਿਹਾ ਜਾਂਦਾ ਹੈ। ਬਚਨ ਕਿਸੇ ਦੇ ਮੂੰਹ ਵਿੱਚੋਂ ਨਿਕਲੇ ਹੋਏ ਕੁਝ ਸ਼ਬਦਾਂ ਨੂੰ ਹੀ ਬਚਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮੂਲ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਆਪਣਾ ਅਰਥ ਹੁੰਦਾ ਹੈ ਅਤੇ ਜਿਨ੍ਹਾਂ ਤੋਂ ਹੋਰ ਸ਼ਬਦਾਂ ਦੀ ਰਚਨਾ ਵੀ ਕੀਤੀ ਜਾ ਸਕਦੀ ਹੈ। ਬੱਚਿਓ, ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇੱਥੇ ਇੱਕ ਸ਼ਬਦ, ਇਹਨਾਂ ਨੂੰ ਸ਼ਬਦ ਨਹੀਂ ਕਹਾਂਗੇ, ਇਸ ਨੂੰ ਅਸੀਂ ਸ਼ਬਦਾਂਸ਼ ਕਹਾਂਗੇ ਕਿਉਂਕਿ ਇਸ ਦਾ ਕੋਈ ਆਪਣਾ ਅਰਥ ਨਹੀਂ ਹੈ। ਉਹਨਾਂ ਸ਼ਬਦਾਂਸ਼ਾਂ ਦਾ ਜਿਨ੍ਹਾਂ ਦਾ ਆਪਣਾ ਕੋਈ ਅਰਥ ਨਹੀਂ ਹੈ, ਉਹਨਾਂ ਸ਼ਬਦਾਂਸ਼ਾਂ ਨੂੰ ਜਾਂ ਤਾਂ ਅਸੀਂ ਅਗੇਤਰ ਕਹਿੰਦੇ ਹਾਂ ਜਾਂ ਤਾਂ ਅਸੀਂ ਪਿਛੇਤਰ ਕਹਿੰਦੇ ਹਾਂ। ਇਹ ਸ਼ਬਦਾਂਸ਼ ਜਿਹੜਾ ਤੁਹਾਡੀ ਤਸਵੀਰ ਵਿੱਚ ਦਿੱਤਾ ਹੋਇਆ ਹੈ, ਇਹ ਤਾਂ ਇੱਕ ਅਗੇਤਰ ਹੈ। ਇਸ ਨੂੰ ਅਸੀਂ ਅਗੇਤਰ ਕਹਿੰਦੇ ਹਾਂ। ਅਗੇਤਰ ਮਤਲਬ ਜਿਹੜਾ ਅੱਗੇ ਲੱਗਦਾ ਹੈ। ਇਸ ਤਰ੍ਹਾਂ ਬੱਚੋ, ਅਗੇਤਰ ਉਹ ਸ਼ਬਦਾਂਸ਼ ਹੁੰਦੇ ਹਨ ਜਿਹੜੇ ਕਿਸੇ ਵੀ ਸ਼ਬਦ ਦੇ ਅੱਗੇ ਲੱਗਦੇ ਹਨ। ਬੱਚੋ, ਇਹ ਉਹਨਾਂ ਸ਼ਬਦਾਂ ਦੇ ਅੱਗੇ ਲੱਗਦੇ ਹਨ ਜਿਹੜੇ ਸ਼ਬਦ ਮੂਲ ਹੁੰਦੇ ਹਨ ਜਾਂ ਸਾਰਥਕ ਹੁੰਦੇ ਹਨ। ਸਾਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਆਪਣੇ ਤੌਰ 'ਤੇ ਵੱਖਰਾ ਹੀ ਅਰਥ ਹੁੰਦਾ ਹੈ ਅਤੇ ਜੇਕਰ ਇਸ ਨੂੰ ਤੋੜੀਏ ਤਾਂ ਇਸ ਦਾ ਅਰਥ ਵੀ ਟੁੱਟ ਜਾਵੇਗਾ। ਇਸ ਤਰ੍ਹਾਂ ਅਗੇਤਰ ਸ਼ਬਦਾਂਸ਼ ਉਹ ਸ਼ਬਦਾਂਸ਼ ਹੁੰਦੇ ਹਨ ਜਿਹੜੇ ਕਿਸੇ ਮੂਲ ਸ਼ਬਦ ਅਤੇ ਸਾਰਥਕ ਸ਼ਬਦਾਂ ਦੇ ਅੱਗੇ ਆਉਂਦੇ ਹਨ ਅਤੇ ਹੋਰ ਨਵੇਂ ਸ਼ਬਦਾਂ ਦੀ ਰਚਨਾ ਕਰਦੇ ਹਨ। ਇਸ ਤਰ੍ਹਾਂ ਬੱਚੋ, ਜਦੋਂ ਅਸੀਂ ਮੂਲ ਸ਼ਬਦ ਦਸ਼ਾ ਅਤੇ ਬਚਨ ਦੇ ਨਾਲ ਦੁਰ ਅਗੇਤਰ ਲਗਾਇਆ ਤਾਂ ਸਾਡੇ ਕੋਲ ਇੱਕ ਨਵਾਂ ਸ਼ਬਦ ਬਣ ਗਿਆ ਦੁਰਦਸ਼ਾ, ਦੁਰਬਚਨ। ਇਸ ਤਰ੍ਹਾਂ ਅਗੇਤਰ ਦੁਰ ਦੇ ਨਾਲ, ਮੂਲ ਸ਼ਬਦ ਦੇ ਨਾਲ, ਦੁਰ ਅਗੇਤਰ ਦੇ ਨਾਲ ਨਵਾਂ ਸ਼ਬਦ ਦੁਰਦਸ਼ਾ ਬਣ ਗਿਆ ਅਤੇ ਬਚਨ ਮੂਲ ਸ਼ਬਦ ਦੇ ਨਾਲ ਦੁਰ ਅਗੇਤਰ ਲਗਾਉਣ ਦੇ ਨਾਲ ਦੁਰਬਚਨ ਸ਼ਬਦ ਬਣ ਗਿਆ। ਇਸ ਤਰ੍ਹਾਂ ਇਹ ਦੋਵੇਂ ਨਵੇਂ ਸ਼ਬਦਾਂ ਦਾ ਨਿਰਮਾਣ ਹੋਇਆ। ਬੱਚੋ, ਇਹਨਾਂ ਨੂੰ ਹੀ ਨਵੇਂ ਸ਼ਬਦ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਬੱਚੋ ਕੁਝ ਹੋਰ ਅਗੇਤਰ ਵੀ ਹਨ। ਪਹਿਲਾਂ ਅਸੀਂ ਦੁਰ ਪੜ੍ਹ ਚੁੱਕੇ ਹਾਂ। ਇਸ ਤੋਂ ਇਲਾਵਾ ਕੁਝ ਹੋਰ ਅਗੇਤਰ ਵੀ ਹਨ ਜਿਨ੍ਹਾਂ ਤੋਂ ਹੋਰ ਨਵੇਂ ਸ਼ਬਦਾਂ ਦੀ ਜਿਹੜਾ ਨਿਰਮਾਣ ਹੈ ਉਹ ਕਰ ਸਕਦੇ ਹਾਂ ਅਸੀਂ। ਜਿਵੇਂ ਬਾ, ਜਦੋਂ ਵੀ ਅਸੀਂ ਕਿਸੇ ਸ਼ਬਦ ਦੇ ਨਾਲ ਬਾ ਲਗਾਉਂਦੇ ਹਾਂ ਮੂਲ ਸ਼ਬਦ ਦੇ ਨਾਲ ਤਾਂ ਉਸਦਾ ਇੱਕ ਆਪਣਾ ਹੀ ਨਵਾਂ ਅਰਥ ਬਣ ਜਾਂਦਾ ਹੈ ਅਤੇ ਉਹ ਨਵਾਂ ਸ਼ਬਦ ਬਣ ਜਾਂਦਾ ਹੈ। ਜਿਵੇਂ ਮੂਲ ਸ਼ਬਦ ਹੈ ਰੌਣਕ, ਜਦੋਂ ਅਸੀਂ ਰੌਣਕ ਦੇ ਅੱਗੇ ਬਾ ਲਗਾਇਆ ਤਾਂ ਉਹ ਨਵਾਂ ਸ਼ਬਦ ਬਣ ਗਿਆ ਬਾ ਰੌਣਕ। ਰੌਣਕ ਹੁੰਦਾ ਹੈ ਜਿੱਥੇ ਬਹੁਤ ਹੀ ਜ਼ਿਆਦਾ ਖੁਸ਼ੀਆਂ ਭਰਿਆ ਮਾਹੌਲ ਹੋਵੇ ਅਤੇ ਇੱਕਦਮ ਹੀ ਰੌਣਕ ਲੱਗ ਜਾਏ। ਬਾ ਰੌਣਕ ਲਗਾਉਣ ਨਾਲ ਅਸੀਂ ਉਸਦਾ ਅਰਥ ਹੈ ਜਿਹੜਾ ਉਹ ਉਲਟਾ ਕਰ ਦਿੱਤਾ। ਇਸ ਤਰ੍ਹਾਂ ਉਸਦਾ ਪੂਰਾ ਅਰਥ ਹੀ ਜਿਹੜਾ ਹੈ ਬਦਲ ਗਿਆ। ਇਸ ਤਰ੍ਹਾਂ ਮਹਾ ਅਗੇਤਰ ਲਗਾਉਣ ਨਾਲ ਮਹਾਰਾਜਾ ਅਤੇ ਮਹਾਰਾਣੀ ਬਣ ਗਿਆ। ਇਸ ਤਰ੍ਹਾਂ ਸਹਿ ਅਗੇਤਰ ਲਗਾਉਣ ਨਾਲ ਸਹਿਮਤ ਅਤੇ ਸਹਿਯੋਗ ਬਣ ਗਿਆ। ਨਾ ਅਗੇਤਰ ਲਗਾਉਣ ਨਾਲ ਨਾ ਖੁਸ਼ ਤੇ ਨਾ ਪਾਕ ਬਣ ਗਿਆ। ਅਤਿ ਅਗੇਤਰ ਲਗਾਉਣਾ ਅਤਿਅੰਤ ਅਤੇ ਕਥਨੀ ਬਣ ਗਿਆ। ਦੁਰ ਅਗੇਤਰ ਲਗਾਉਣਾ ਦੁਰਦਸ਼ਾ ਤੇ ਦੁਰਬਚਨ ਬਣ ਗਿਆ। ਇਸ ਤਰ੍ਹਾਂ ਬੱਚਿਓ, ਇੱਥੇ ਬਾ, ਮਹਾ, ਸਹੀ, ਨਾ, ਅਤਿ, ਦੁਰ ਇਹ ਸਾਰੇ ਅਗੇਤਰ ਹਨ ਅਤੇ ਨਵੇਂ ਸ਼ਬਦ ਜਿਹੜੇ ਇਸ ਦੇ ਸੱਜੇ ਪਾਸੇ ਦਿੱਤੇ ਹੋਏ ਹਨ। ਬੱਚਿਓ, ਇਹ ਸਾਰੇ ਜਿਹੜੇ ਨਵੇਂ ਸ਼ਬਦ ਬਣੇ ਹਨ। ਇਸ ਤਰ੍ਹਾਂ ਬੱਚਿਓ, ਹੁਣ ਤੁਸੀਂ ਸਕਰੀਨ 'ਤੇ ਕੁਝ ਹੋਰ ਸ਼ਬਦ ਦੇਖ ਰਹੇ ਹੋ, ਜਿਵੇਂ ਦੁੱਖ, ਸੁੱਖ। ਜਦੋਂ ਸਾਨੂੰ ਬਹੁਤ ਹੀ ਦੁੱਖ ਹੁੰਦਾ ਹੈ ਤਾਂ ਅਸੀਂ ਦੁਖੀ ਹੁੰਦੇ ਹਾਂ, ਜਦੋਂ ਸੁੱਖ ਹੁੰਦਾ ਤਾਂ ਸੁਖੀ ਹੁੰਦੇ ਹਾਂ। ਅਸੀਂ ਇਸ ਨੂੰ ਮੂਲ ਸ਼ਬਦ ਦੁੱਖ ਸੁੱਖ ਕਹਿੰਦੇ ਹਾਂ। ਇਹ ਮੂਲ ਸ਼ਬਦ ਹਨ, ਇਹਨਾਂ ਦਾ ਆਪਣਾ ਹੀ ਅਰਥ ਹੈ।
ਇਸ ਤੋਂ ਇਲਾਵਾ ਬੱਚੋ ਜਦੋਂ ਅਸੀਂ ਇਸ ਦੇ ਨਾਲ ਦਾਇਕ ਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਕੋਈ ਆਪਣਾ ਅਰਥ ਨਹੀਂ ਹੈ, ਇਸ ਦਾ ਕੋਈ ਭਾਵ ਨਹੀਂ ਹੈ, ਪਰ ਇਹ ਇੱਕ ਸ਼ਬਦਾਂਸ਼ ਹੈ। ਇਹ ਸ਼ਬਦਾਂਸ਼ ਕਿਹੜਾ ਸ਼ਬਦਾਂਸ਼ ਹੈ? ਜਾਂ ਤਾਂ ਇਹ ਅਗੇਤਰ ਹੋ ਸਕਦਾ ਹੈ ਜਾਂ ਤਾਂ ਇਹ ਪਿਛੇਤਰ ਹੋ ਸਕਦਾ ਹੈ। ਅਗੇਤਰ ਅਸੀਂ ਪੜ੍ਹ ਚੁੱਕੇ ਹਾਂ, ਇਹ ਦਾਇਕ ਸ਼ਬਦ ਪਿਛੇਤਰ ਹੈ। ਪਿਛੇਤਰ ਉਹ ਸ਼ਬਦਾਂਸ਼ ਹੁੰਦੇ ਹਨ ਜਿਨ੍ਹਾਂ ਦਾ ਇਕੱਲੇ ਤੌਰ 'ਤੇ ਕੋਈ ਵੀ ਅਰਥ ਨਹੀਂ ਹੁੰਦਾ, ਪਰ ਇਹ ਮੂਲ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਅਰਥ ਜਿਹੜੇ ਬਦਲ ਦਿੰਦੇ ਹਨ ਅਤੇ ਨਵੇਂ ਸ਼ਬਦ ਬਣਾਉਂਦੇ ਹਨ। ਜਿਵੇਂ ਦੁੱਖ ਦੇ ਨਾਲ ਜਦੋਂ ਦਾਇਕ ਪਿਛੇਤਰ ਲੱਗਿਆ ਤਾਂ ਉਹ ਬਣ ਗਿਆ ਦੁਖਦਾਇਕ, ਅਤੇ ਸੁੱਖ ਜਿਹੜਾ ਹੈ ਮੂਲ ਸ਼ਬਦ ਹੈ, ਉਸਦੇ ਪਿੱਛੇ ਪਿਛੇਤਰ ਦਾਇਕ ਲੱਗਿਆ ਤਾਂ ਉਹ ਨਵਾਂ ਸ਼ਬਦ ਸੁਖਦਾਇਕ ਬਣ ਗਿਆ। ਬੱਚੋ ਇੱਥੇ ਦੁੱਖ ਅਤੇ ਸੁੱਖ ਮੂਲ ਸ਼ਬਦ ਹਨ ਅਤੇ ਉਸਦੇ ਪਿੱਛੇ ਲੱਗੇ ਹੋਏ ਦਾਇਕ ਤੇ ਦਾਇਕ ਪਿਛੇਤਰ ਹਨ। ਮੂਲ ਸ਼ਬਦਾਂ ਦੇ ਨਾਲ ਜਦੋਂ ਦਾਇਕ ਅਰਥਹੀਨ ਸ਼ਬਦਾਂਸ਼ ਲੱਗ ਗਿਆ, ਪਿਛੇਤਰ ਲੱਗ ਗਿਆ, ਤਾਂ ਉਹ ਇੱਕ ਦੋ ਨਵੇਂ ਸ਼ਬਦ ਬਣਾਉਂਦਾ ਹੈ, ਦੁਖਦਾਇਕ ਸੁਖਦਾਇਕ। ਇਸ ਤੋਂ ਇਲਾਵਾ ਇਸੇ ਤਰ੍ਹਾਂ ਦੇ ਹੀ ਕੁਝ ਹੋਰ ਅਸੀਂ ਨਵੇਂ ਸ਼ਬਦ ਜਿਹੜੇ ਪੜਾਂਗੇ ਜਿਹੜੇ ਪਿਛੇਤਰ ਲਗਾ ਕੇ ਬਣਾਏ ਜਾ ਸਕਦੇ ਹਨ। ਜਿਵੇਂ ਕੁਝ ਪਿਛੇਤਰ ਤੁਹਾਡੀ ਸਕਰੀਨ 'ਤੇ ਦਿੱਤੇ ਗਏ ਹਨ। ਅਲ, ਪਨ, ਦਾਰੀ, ਆਲਾ, ਦਾਨੀ, ਜਨਕ, ਹੀਨ, ਆਣੀ, ਮਾਰ। ਇਹ ਪਿਛੇਤਰ ਹਨ। ਪਿਛੇਤਰ ਪਿੱਛੇ ਲੱਗਦੇ ਹਨ ਮੂਲ ਸ਼ਬਦਾਂ ਦੇ। ਇਸ ਤਰ੍ਹਾਂ ਮੂਲ ਸ਼ਬਦ ਹੈ ਸੜੀ, ਅੜੀ, ਅਤੇ ਪਿੱਛੇ ਲੱਗਿਆ ਹੈ ਸ਼ਬਦਾਂਸ਼ ਅਲ, ਤਾਂ ਅਲ ਕੀ ਹੈ? ਪਿਛੇਤਰ ਹੈ। ਤਾਂ ਇਸ ਤਰ੍ਹਾਂ ਨਵਾਂ ਸ਼ਬਦ ਬਣ ਗਿਆ ਸੜੀਅਲ, ਅੜੀਅਲ। ਸੜੀਅਲ ਜੋ ਬਹੁਤ ਹੀ ਗੁੱਸੇ ਵਾਲਾ ਹੁੰਦਾ ਹੈ, ਅੜੀਅਲ ਜੋ ਬਹੁਤ ਹੀ ਜ਼ਿੱਦੀ ਹੁੰਦਾ ਹੈ। ਇਸ ਤਰ੍ਹਾਂ ਪਨ ਪਿਛੇਤਰ ਲਗਾਉਣ ਨਾਲ ਪਾਗਲਪਨ, ਅਵਾਰਾਪਨ। ਬੱਚੋ ਪਾਗਲ ਕਿਸੇ ਵਿਅਕਤੀ ਨੂੰ ਕਿਹਾ ਜਾਂਦਾ ਹੈ, ਤਾਂ ਜਦੋਂ ਅਸੀਂ ਇਸ ਦੇ ਪਿੱਛੇ ਪਨ ਪਿਛੇਤਰ ਲਗਾ ਦਿੰਦੇ ਹਾਂ ਤਾਂ ਇਹ ਸ਼ਬਦ ਨਵਾਂ ਸ਼ਬਦ ਬਣ ਗਿਆ ਹੈ ਪਾਗਲਪਨ। ਪਾਗਲਪਨ ਕਿਸੇ ਭਾਵ ਦਾ ਨਾਂ ਦਿੱਤਾ ਜਾ ਸਕਦਾ ਹੈ। ਅਵਾਰਾਪਨ। ਦਾਰੀ ਰਿਸ਼ਤੇਦਾਰੀ, ਦੁਕਾਨਦਾਰੀ। आला, हिमाला, गौशाला। दानी लगाना, खानदानी, मच्छरदानी। जनक, जनक लगाना, हैरानी जनक, संतोखजनक। हीन शब्दांश लगान नाल तनहीन, बलहीन। बच्चों जिवें तुसीं जान सकते हो कि तन ते बल ਇਹ मूल शब्द ਹਨ, पर हीन ਜਿਹੜਾ ਪਿਛੇਤਰ ਉਸਦੇ ਪਿੱਛੇ ਅਸੀਂ ਲਗਾਇਆ ਹੈ ਤਾਂ ਉਹ ਨਵਾਂ ਸ਼ਬਦ ਬਣਾ ਦਿੰਦਾ ਹੈ ਜੋ ਉਸਦਾ ਅਰਥ ਪਹਿਲੇ ਸ਼ਬਦ ਦਾ ਅਰਥ ਪੂਰਾ ਹੀ ਬਦਲ ਦਿੰਦਾ ਹੈ। ਜਿਵੇਂ ਤਨਹੀਨ, ਬਲਹੀਨ। ਤਨਹੀਨ ਮਤਲਬ ਜਿਸ ਕੋਲ ਕੋਈ ਵੀ ਤਨ ਨਹੀਂ ਹੁੰਦਾ। ਬਲਹੀਨ ਜਿਸ ਕੋਲ ਤਾਕਤ ਨਹੀਂ ਹੁੰਦੀ। ਪਰ ਪਹਿਲਾ ਜਦੋਂ ਅਸੀਂ ਮੂਲ ਸ਼ਬਦ ਸੀ ਉਹ ਸੀ ਤਨ, ਬਲ, ਉਸਦਾ ਮਤਲਬ ਸੀ ਪੈਸਾ ਤੇ ਤਾਕਤ। ਪਰ ਜਦੋਂ ਅਸੀਂ ਹੀਨ ਪਿਛੇਤਰ ਲਗਾ ਦਿੱਤਾ ਤਾਂ ਉਹ ਬਣ ਗਿਆ ਤਨਹੀਨ ਜਿਸ ਕੋਲ ਪੈਸਾ ਨਹੀਂ ਹੁੰਦਾ, ਬਲਹੀਨ ਜਿਸ ਕੋਲ ਤਾਕਤ ਨਹੀਂ ਹੁੰਦੀ। ਆਣੀ, ਦਰਾਣੀ, ਸੁਆਣੀ। ਮਾਰ ਪਿਛੇਤਰ ਲਗਾना, चिड़ी मार, राह मार। ਇਸ ਤਰ੍ਹਾਂ ਬੱਚਿਓ ਪਿਛੇਤਰ ਉਹ ਸ਼ਬਦ ਹੁੰਦੇ ਹਨ ਜਿਹੜੇ ਪਿੱਛੇ ਲੱਗਦੇ ਹਨ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਪਿਛੇਤਰ ਵੀ ਹੁੰਦੇ ਹਨ। ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਹਨ, ਕਿਸੇ ਵੀ ਤਰ੍ਹਾਂ ਦੇ ਸ਼ਬਦਾਂਸ਼ ਦੇ ਰੂਪ ਵਿੱਚ ਹੋ ਸਕਦੇ ਹਨ ਜਿਹੜੇ ਅਸੀਂ ਪੰਜਾਬੀ ਭਾਸ਼ਾ ਵਿੱਚ ਪ੍ਰਯੋਗ ਕਰਦੇ ਹਾਂ। ਇਹ ਅਗੇਤਰ ਅਤੇ ਪਿਛੇਤਰ ਬੱਚੋ ਤੁਸੀਂ ਆਪਣੀ ਪੰਜਾਬੀ ਵਿਆਕਰਣ ਦੀ ਪੁਸਤਕ 'ਤੇ ਅਭਿਆਸ ਕਾਰਜ ਜਿਹੜਾ ਤੁਸੀਂ ਇਸ ਦੇ ਨਾਲ ਸੰਬੰਧਿਤ ਵਾਲਾ ਕਰਨਾ ਹੈ ਅਤੇ ਇਸ ਦੀ ਜ਼ਿਆਦਾ ਤੋਂ ਜ਼ਿਆਦਾ ਅਭਿਆਸ ਕਰਨਾ ਹੈ। ਧੰਨਵਾਦ।